ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਜੀ ਪ੍ਰਾਨ ਮਾਨ ਸੁਖ ਦਾਤਾ, ਤੂੰ ਕਰਹਿ ਸੋਈ ਸੁਖ ਪਾਵਣਿਆ। ਹਉ ਵਾਰੀ ਜੀਉ ਵਾਰੀ, ਗੁਰਮੁਖ ਮਨ ਤਨ ਭਾਵਣਿਆ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵਣਿਆ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਨੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਆਪ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 131 ਉੱਪਰ ਸੁਭਾਏਮਾਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰ ਰਹੇ ਹਨ। ਜਿਹੜਾ ਪਿੱਛੇ ਸ਼ਬਦ ਆਪਾਂ ਕੱਲ੍ਹ ਸਰਵਣ ਕੀਤਾ ਸੀ, ਸਿੱਧਾਂ ਜੋਗੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੁਝ ਪ੍ਰਸ਼ਨ ਕੀਤੇ ਔਰ ਉਹਨਾਂ ਪ੍ਰਸ਼ਨਾਂ ਦੇ ਜਵਾਬ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਿੱਤੇ। ਕੱਲ੍ਹ ਆਪਾਂ ਪਿਛਲਾ ਪਦਾ ਸਰਵਣ ਕਰ ਰਹੇ ਸੀ ਕਿ ਇਹ ਸਾਰਾ ਕੁਝ ਪਰਮੇਸ਼ਰ ਆਪ ਹੀ ਕਰਦਾ ਹੈ। ਸਗਲੀ ਬੰਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ। ਇਹ ਸ੍ਰਿਸ਼ਟੀ ਦੀ ਬੰਤ ਸਾਨੂੰ ਬਣਾ ਕਰਕੇ ਅਨੇਕਾਂ ਤਰ੍ਹਾਂ ਦੇ ਧੰਦਿਆਂ ਵਿੱਚ ਪਾਇਆ। ਇਹ ਸਭ ਕੁਝ ਪਰਮੇਸ਼ਰ ਆਪ ਕਰ ਰਿਹਾ ਹੈ। ਸਗਲੀ ਬੰਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ। ਆਪੇ ਕਰਨ ਕਰਾਉਣ ਵਾਲਾ ਹੈ, ਆਪੇ ਹੀ ਥਾਪਣ ਵਾਲਾ ਅਤੇ ਆਪੇ ਹੀ ਉਥਾਪਣ ਵਾਲਾ ਹੈ। ਆਪੇ ਹੀ ਸਾਜਣ ਵਾਲਾ ਹੈ, ਆਪੇ ਹੀ ਖਤਮ ਕਰਨ ਵਾਲਾ ਹੈ। ਇਹ ਸਭ ਉਹਦੇ ਹੱਥ ਵਿੱਚ ਹੈ। ਆਪੇ ਥਾਪ ਉਥਾਪੇ ਆਪੇ, ਆਪੇ ਕਰੇ ਕਰਾਏ ਥਾਪੇ। ਏਕਸ ਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਓ। ਉਹ ਇੱਕ ਪਰਮੇਸ਼ਰ ਜਿਸ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਲਿਖਦੇ ਨੇ, ਅਰਬਦ ਨਰਬ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਇਕੱਲਾ ਹੀ ਬੈਠਾ ਸੀ, ਉਹਦੇ ਵਰਗਾ ਕੋਈ ਵੀ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ। ਤੇ ਇੱਕ ਦਿਨ ਉਹਦੇ ਅੰਦਰ ਫੁਰਨਾ ਬਣਿਆ ਕਿ ਮੇਰੇ ਵਰਗੇ ਹੋਰ ਵੀ ਹੋਣ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬਸ ਇਹ ਫੁਰਨਾ ਬਣਦਿਆਂ ਆਵਾਜ਼ ਪੈਦਾ ਹੋਈ, ਸ਼ਬਦ ਪੈਦਾ ਹੋਇਆ, ਹੋ ਜਾ ਹੋ ਜਾ, ਆਪੇ ਹੋ ਜਾ। ਜਿਸ ਵੇਲੇ ਇਹ ਆਵਾਜ਼ ਆਈ, ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।
ਕਹਿਣ ਲੱਗੇ ਜਦੋਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਇੱਦਾਂ ਆਵਾਜ਼ ਕੀਤੀ, ਇਹਨੂੰ ਵਿਚਾਲੇ ਕਰ ਦਿਓ ਬਸ। ਜਿਸ ਵੇਲੇ ਉਸ ਪਰਮੇਸ਼ਰ ਨੇ ਐਸੀ ਆਵਾਜ਼ ਕੀਤੀ ਤੇ ਕਹਿਣ ਲੱਗੇ ਸ੍ਰਿਸ਼ਟੀ ਬਣਨੀ ਸ਼ੁਰੂ ਹੋ ਗਈ। ਸਾਚੇ ਤੇ ਪਵਨਾ ਪਿਆ, ਆਵਾਜ਼ ਆਈ ਤੇ ਆਵਾਜ਼ ਨਾਲ ਹਵਾ ਪੈਦਾ ਹੋਈ। ਏਕਮ ਆਈ, ਇਹ ਹਵਾ ਹੀ ਆ। ਤੇ ਹਵਾ ਤੋਂ ਠੰਡੀ ਹੋ ਕੇ ਪਾਣੀ ਬਣਿਆ, ਹਵਾ ਤੋਂ ਪੈਦਾ ਹੋਇਆ ਪਾਣੀ, ਤੇ ਪਾਣੀ 'ਚੋਂ ਪੈਦਾ ਹੋਈ ਅੱਗ। ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ। ਤੇ ਪਾਣੀ ਤੋਂ ਫਿਰ ਘਾਹ ਫੂਸ, ਕੀੜੇ ਮਕੌੜੇ, ਪਤੰਗੇ, ਫਿਰ ਉਹਨਾਂ ਤੋਂ ਪੰਛੀ, ਫਿਰ ਉਹਨਾਂ ਤੋਂ ਪਸ਼ੂ, ਫਿਰ ਉਹਨਾਂ ਤੋਂ ਮਨੁੱਖ। ਇਹ ਸਾਰਾ ਕੁਝ ਉਸ ਪਰਮੇਸ਼ਰ ਦੇ ਫੁਰਨੇ ਵਿੱਚੋਂ ਨਿਕਲਿਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੱਲ੍ਹ ਵਾਲੇ ਸ਼ਬਦ ਵਿੱਚ ਕਹਿ ਰਹੇ ਸੀ, ਇੱਕ ਸਤੇ ਹੋਇਓ ਅਨੰਤਾ, ਉਹ ਇੱਕ ਤੋਂ ਅਨੇਕਾਂ ਹੋ ਗਿਆ, ਜਿਸ ਦਾ ਅੰਤ ਕੋਈ ਨਹੀਂ। ਨਾਨਕ ਏਕ ਸਮਾਹੇ ਸਮਾਏ ਜੀਓ, ਤੇ ਅਖੀਰ ਸਭ ਕੁਝ ਲੈ ਕਰਕੇ ਇੱਕ ਦੇ ਵਿੱਚ ਇਕੱਠੇ ਕਰ ਲੈਂਦਾ। ਉਤਪਤ ਭਰ ਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਤਪਤੀ ਵੀ ਸ਼ਬਦ ਵਿੱਚੋਂ ਕੀਤੀ, ਤੇ ਪਰਲੋ ਵਿੱਚੋਂ ਵੀ, ਪਰਲੋ ਵੀ ਸ਼ਬਦ ਵਿੱਚੋਂ ਆਈ। ਆ ਕਰੋਨਾ ਇੱਕ ਸ਼ਬਦ ਆ, ਪਰਲੋ ਲਿਆਤੀ ਦੇਸ਼ਾਂ ਦੇ ਵਿੱਚ। ਕੋ ਸਤਨਾਮ ਸੀ, ਭਾਵ ਉਸ ਦੇ ਸ਼ਬਦ ਵਿੱਚੋਂ ਹੀ ਦੁਨੀਆ ਬਣਦੀ ਹੈ, ਤੇ ਸ਼ਬਦ ਵਿੱਚੋਂ ਹੀ ਨਿਕਲਦੀ ਹੈ, ਤੇ ਸ਼ਬਦ ਨਾਲ ਹੀ ਮਰਦੀ ਹੈ, ਤੇ ਸ਼ਬਦ ਵਿੱਚ ਹੀ ਸਮਾਉਂਦੀ ਹੈ। ਤੀਜੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਸਿੱਖੋ ਆਪਾਂ ਕਿੱਥੇ ਸਮਾਉਣਾ। ਵੈਸੇ ਤਾਂ ਸਾਰੇ ਮਰਦੇ ਆ, ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਮਰਦੇ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ, ਤੇ ਸਹਿਲਾ ਮਰਨਾ ਹੋਏ, ਫਿਰ ਵਧੀਆ ਮਰਨਾ। ਹੁਣ ਕੋਈ ਮਰਿਆ, ਮਰਨ ਲੱਗੇ ਨੇ ਫੁਰਨਾ ਚੱਕਿਆ, ਹਾਏ ਮੈਂ ਮਰ ਗਿਆ, ਮੇਰੀ ਕੋਠੀ ਦਾ ਕੀ ਬਣੂਗਾ। ਮਰ ਕਹਿੰਦੇ ਕੋਠੀ ਦੇ ਨਾਲ ਪਿਆਰ ਹੈ, ਤੇ ਫਿਰ ਤੂੰ ਐਂ ਕਰ ਭੂਤ ਪ੍ਰੇਤ ਬਣ ਕੇ ਕੋਠੀ 'ਚ ਹੀ ਫਿਰਦਾ ਰਹਿ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕੋਈ ਮਰਦਾ 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 ਕਹਿੰਦਾ ਹਾਏ ਮੈਂ ਮਰ ਗਿਆ, ਮੇਰੇ ਪੁੱਤਾਂ ਦਾ ਕੀ ਬਣੂਗਾ, ਧੀਆਂ ਦਾ ਕੀ ਬਣੂ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਬਾਬਾ ਜੀ ਕਹਿੰਦੇ ਤੈਨੂੰ ਧੀ ਪੁੱਤਰ ਸੰਭਾਲਣੀ ਆ ਤਾਂ ਐਂ ਕਰ, ਤੈਨੂੰ ਸੂਰੀ ਬਣਾ ਦਿੰਦੀ ਆ, ਉਹਦੇ 18 ਵੀ ਹੁੰਦੇ ਆ, ਚੀਂਚੀ ਕਰਦੇ ਮਗਰ ਮਗਰ ਫਿਰਨਗੇ ਤੇਰੇ। ਸੂਕਰ ਜੋਨ ਹੋਏ ਬਲ ਬਲ ਔਤਰੇ। ਭਾਵ ਜਿਹੋ ਜਿਹਾ ਬੰਦਾ ਫੁਰਨਾ ਚੱਕਦਾ ਹੈ, ਉਹੋ ਜਿਹਾ ਅਗਲਾ ਜੀਵ ਆਤਮਾ ਸਰੀਰ ਧਾਰਨ ਕਰ ਲੈਂਦੀ ਹੈ। ਤੇ ਹੁਣ ਅਸੀਂ ਫਿਰ ਕਿਹੋ ਜਿਹਾ ਫੁਰਨਾ ਚੱਕੀਏ ਕਿ ਸਾਨੂੰ ਦੁਬਾਰੇ ਜੰਮਣਾ ਮਰਨਾ ਨਾ ਪਵੇ। ਤੇ ਇਹ ਤੀਜੇ ਪਾਤਸ਼ਾਹ ਜੀ ਨੇ ਸਲਾਹ ਦਿੱਤੀ, ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਇ ਜੀਓ, ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ। ਜਿਵੇਂ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੇ। ਸੱਦ ਵਾਲਾ ਸ਼ਬਦ ਤੀਜੇ ਪਾਤਸ਼ਾਹ ਜੀ ਦੀ ਸੱਦ। ਕਹਿੰਦੇ ਜਿਵੇਂ ਗੁਰੂ ਅੰਗਦ ਜੀ ਨੇ ਗੁਰੂ ਨਾਨਕ ਦੀ ਗੱਲ ਮੰਨ ਕੇ ਨਾਮ ਜਪਣਾ ਕੀਤਾ, ਤੇ ਅਖੀਰ ਲਹਿਣਾ ਜੀ ਅੰਗਦ ਬਣ ਕੇ ਗੁਰੂ ਨਾਨਕ ਵਿੱਚ ਸਮਾ ਗਏ। ਸਿੱਖੋ ਇਸੇ ਤਰ੍ਹਾਂ ਤੁਸੀਂ ਵੀ ਗੁਰੂ ਦਾ ਬਖਸ਼ਿਆ ਮੰਤਰ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੂੰ ਜਪਦੇ ਜਪਦੇ ਜਾਂ ਸਰੀਰ ਛੱਡੋਗੇ ਤੇ ਵਾਹਿਗੁਰੂ ਵਿੱਚ ਸਮਾ ਕੇ ਵਾਹਿਗੁਰੂ ਦਾ ਰੂਪ ਹੋ ਜਾਓਗੇ, ਉਹਦੇ ਵਿੱਚ ਸਮਾ ਜਾਓਗੇ। ਤਾਂ ਪ੍ਰੀਤਮ ਜੀ ਕਹਿੰਦੇ ਏਕਸ ਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਓ। ਆਓ ਉਸ ਇੱਕ ਦੇ ਵਿੱਚ ਸਮਾ ਜਾਈਏ ਆਪਾਂ ਵੀ। ਤੇ ਫਿਰ ਅਗਲੇ ਸ਼ਬਦ ਵਿੱਚ ਜਿਹੜਾ ਅੱਜ ਆਪਾਂ ਆਰੰਭ ਕੀਤਾ ਹੈ, ਇਹਦੇ ਵਿੱਚ ਪਾਤਸ਼ਾਹ ਖੁਸ਼ੀ ਵਿੱਚ ਆ ਕੇ, ਚਾਅ ਵਿੱਚ ਆ ਕੇ ਪਰਮੇਸ਼ਰ ਦੀ ਸਿਫਤ ਕਰਦੇ ਆ। ਕੀ ਕਹਿੰਦੇ, ਮਾਝ ਮਹੱਲਾ ਪੰਜਵਾ, ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ। ਕਾੜਾ ਹੁੰਦਾ ਚਿੰਤਾ, ਦੁੱਖ, ਤਕਲੀਫ, ਟੈਨਸ਼ਨ।
ਕਹਿੰਦੇ ਯਾਰ ਸਾਡਾ ਮਾਲਕ ਅਬਨਾਸ਼ੀ ਹੈ, ਫਿਰ ਸਾਨੂੰ ਕਾਹਦੀ ਚਿੰਤਾ। ਕਹੋ ਸਤਨਾਮ। ਜਿਹੜਾ ਸਾਡਾ ਮਾਲਕ ਹੈ ਉਹ ਕਦੇ ਨਹੀਂ ਮਰਦਾ। ਜਿਹੜਾ ਸਾਡਾ ਮਾਲਕ ਸਾਡੇ ਨਾਲ ਹੈ, ਜਿਹਦੇ ਨਾਲ ਉਸ ਦਾ ਮਾਲਕ ਹੈ, ਕਿਸੇ ਇਸਤਰੀ ਦੇ ਨਾਲ ਵੀ, ਕਿਸੇ ਬੱਚੀ ਦੇ ਨਾਲ ਵੀ, ਦੇਸ਼ਾਂ ਦੇਸ਼ਾਂਤਰਾਂ ਦੀ ਯਾਤਰਾ ਕਰਦੇ ਆ, ਅਗਰ ਉਹਦਾ ਪਤੀ ਉਹਦਾ ਮਾਲਕ ਨਾਲ ਆ, ਉਹਨੂੰ ਕਿਸੇ ਗੱਲ ਦੀ ਚਿੰਤਾ ਨਹੀਂ। ਮੇਰਾ ਪਤੀ ਮੇਰੇ ਨਾਲ ਹੈ, ਮੇਰੇ ਕੰਨੇ ਕੋਈ ਉਂਗਲ ਨਹੀਂ ਕਰ ਸਕਦਾ ਗਾ। ਮਾਣ ਹੈ ਉਸ ਨੂੰ ਆਪਣੇ ਮਾਲਕ 'ਤੇ। ਇੱਕ ਬੱਚੀ ਨੂੰ ਇਕੱਲੀ ਘਰੋਂ ਨਹੀਂ ਨਿਕਲਦੀ, ਜਦ ਸ਼ਾਦੀ ਹੋ ਜਾਂਦੀ ਹੈ ਤੇ ਆਪਣੇ ਪਤੀ ਦੇ ਨਾਲ ਦੇਸ਼ਾਂ ਦੇਸ਼ਾਂਤਰਾਂ ਦੀ ਯਾਤਰਾ 'ਤੇ ਨਿਕਲ ਜਾਂਦੀ ਹੈ। ਹੁਣ ਕੋਈ ਖਤਰਾ ਨਹੀਂ, ਉਹਦਾ ਪਤੀ ਉਹਦੇ ਨਾਲ ਹੈ, ਉਹਦਾ ਮਾਲਕ ਨਾਲ ਹੈ। ਇਸੇ ਤਰ੍ਹਾਂ ਹੀ ਸਿੱਖਾ, ਜਦ ਆਪਣਾ ਮਾਲਕ ਆਪਣੇ ਨਾਲ ਹੈ, ਫਿਰ ਆਪਾਂ ਨੂੰ ਕਾਹਦੀ ਚਿੰਤਾ। ਕਹੋ ਸਤਨਾਮ ਸੀ। ਅਗਲੇ ਬਚਨਾਂ ਵਿੱਚ ਕਹਿੰਦੇ ਪ੍ਰਭ ਅਵਨਾਸੀ ਤਾਂ ਕਿਆ ਕਾੜਾ। ਫਿਰ ਆਪਾਂ ਨੂੰ ਕਾਹਦੀ ਚਿੰਤਾ ਜਦੋਂ ਅਵਨਾਸ਼ੀ ਪੁਰਖ ਪਰਮੇਸ਼ਰ ਸਾਡੇ ਨਾਲ ਹੈ। ਹਰ ਭਗਵੰਤਾ, ਜਿਨ੍ਹਾਂ ਦਾ ਹਰੀ ਮਾਲਕ ਹੈ। ਭਗ ਸਰੀਰ, ਵੰਤਾ ਮਾਲਕ, ਇਹ ਸਰੀਰ ਦਾ ਮਾਲਕ ਪਰਮੇਸ਼ਰ ਜਿਨ੍ਹਾਂ ਦੇ ਨਾਲ ਹੈ, ਤਾਂ ਜਨ ਖਰਾ ਸੁਖਾਲਾ, ਉਹ ਜੀਵ ਬਹੁਤ ਸੁਖੀ ਹੁੰਦੇ ਆ। ਜਿਵੇਂ ਕਿ ਬੱਚੀ ਆਪਣੇ ਪਤੀ ਨਾਲ ਆਨੰਦ ਮਾਣਦੀ ਹੈ, ਖੁਸ਼ ਰਹਿੰਦੀ ਹੈ, ਸੁਖੀ ਰਹਿੰਦੀ ਹੈ, ਉਸੇ ਤਰ੍ਹਾਂ ਇਹ ਜੀਵ ਆਤਮਾ, ਜੀਵ ਇਸਤਰੀ ਸਾਡੀ ਆਤਮਾ ਅਗਰ ਸੁਰਤ ਸ਼ਬਦ ਨਾਲ ਜੁੜੀ ਹੈ ਤਾਂ ਇਹ ਵੀ ਸੁਖੀ ਹੈ। ਪ੍ਰੀਤਮ ਦਾ ਇੱਕ ਹੋਰ ਬਚਨ ਯਾਦ ਕਰੋ, ਕਾਇਆ ਕਾਮਣ ਸਦਾ ਸੁਹੇਲੀ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਇੱਕ ਉਦਾਹਰਨ ਹੈ ਗੁਰੂ ਪਿਆਰਿਓ, ਸਾਈਡ ਤੇ ਲਾ ਲਓ ਜਮਾ। ਇੱਕ ਉਦਾਹਰਨ ਹੈ ਗੁਰੂ ਪਿਆਰਿਓ, ਤੇ ਇੱਕ ਓਰੀਜਨਲ ਗੱਲ ਹੈ। ਉਦਾਹਰਨ ਕੀ ਹੈ? ਕਾਇਆ ਤੇ ਕਾਮਣ। ਕਾਇਆ ਸਾਡੀ ਜੀਵ ਇਸਤਰੀ, ਸਾਡੀ ਆਤਮਾ, ਸਾਡੇ ਹੀ ਸਾਡਾ ਸਰੀਰ, ਤੇ ਕਾਮਣ ਇਸਤਰੀ। ਇਸਤਰੀ ਦੀ ਉਦਾਹਰਨ ਹੈ, ਗੱਲ ਸਾਡੀ ਆਤਮਾ ਦੀ ਹੈ। ਇਹ ਦੋਨੇ ਜਣੀਆਂ ਤਾਂ ਸੁਖੀ ਵਸਣਗੀਆਂ ਜੇ ਆਪਣੇ ਮਾਲਕ ਨਾਲ ਜੁੜੀਆਂ। ਹੁਣ ਕਾਇਆ ਦਾ ਮਾਲਕ ਕੌਣ ਹੈ? ਸ਼ਬਦ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮੱਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਤਾਂ ਸਾਡੀ ਕਾਇਆ, ਸਾਡੇ ਸਰੀਰ, ਇਹ ਸਾਰੀ ਸ੍ਰਿਸ਼ਟੀ ਕੁਦਰਤ ਸ਼ਬਦ ਵਿੱਚੋਂ ਪੈਦਾ ਹੋਈ ਹੈ, ਤੇ ਇਹਦਾ ਮਾਲਕ ਸ਼ਬਦ ਹੈ। ਸ਼ਬਦ ਨਾਲ ਜੁੜ ਕੇ ਸੁਖੀ ਹੋ ਸਕਦਾ, ਜਿਵੇਂ ਕੋਈ ਬੱਚੀ ਆਪਣੇ ਮਾਲਕ ਨਾਲ ਜੁੜ ਕੇ ਸੁਖੀ ਆ, ਇਹ ਕਾਇਆ ਸ਼ਬਦ ਨਾਲ ਜੁੜ ਕੇ ਸੁਖੀ ਹੈ। ਤਾਈਓ ਗੁਰੂਆਂ ਨੇ, ਮਹਾਂਪੁਰਸ਼ਾਂ ਨੇ, ਅਵਤਾਰਾਂ ਨੇ, ਪੀਰਾਂ ਪੈਗੰਬਰਾਂ ਨੇ, ਬ੍ਰਹਮ ਗਿਆਨੀਆਂ ਨੇ ਸਾਨੂੰ ਸ਼ਬਦ ਦਿੱਤਾ, ਜਿਹਨੂੰ ਅਸੀਂ ਮੰਤਰ ਕਹਿੰਦੇ ਹਾਂ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਇੱਕ ਸ਼ਬਦ ਦਿੱਤਾ। ਕਬੀਰ ਸਾਹਿਬ ਨੇ ਵੀ ਸ਼ਬਦ ਲੈਣਾ ਚਾਹਿਆ, ਪਰ ਉਸ ਮੌਕੇ ਬ੍ਰਾਹਮਣਾਂ ਦਾ ਬੋਲਬਾਲਾ ਸੀ, ਔਰ ਜਿਨ੍ਹਾਂ ਨੂੰ ਇਹ ਸ਼ੂਦਰ ਕਹਿੰਦੇ ਸੀ ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਦੂਰ ਰੱਖਦੇ ਸਨ ਆਮ ਜਨਤਾ ਨੂੰ। ਤੇ ਉਸ ਵੇਲੇ ਦਾ ਗੁਰੂ ਪਿਆਰਿਓ ਰਾਮਾਨੰਦ ਗੁਸਾਈ, ਰਾਮਾਨੰਦ ਇੱਕ ਬ੍ਰਹਮ ਗਿਆਨੀ, ਇੱਕ ਫਕੀਰ। ਹੁਣ ਜੇ ਇਹਦੇ ਕੋਲੇ ਕੋਈ ਨੀਵੀਂ ਜਾਤ ਦਾ ਬੰਦਾ ਜਾਂਦਾ, ਉਹਨੂੰ ਨੇੜੇ ਨਹੀਂ ਲੱਗਣ ਦਿੰਦੇ ਬ੍ਰਾਹਮਣ ਲੋਕ। ਤੇ ਕਬੀਰ ਸਾਹਿਬ ਨੇ ਜੁਗਤ ਬਣਾਈ ਵੀ ਮੰਤਰ ਲਏ ਬਿਨਾ ਤਾਂ ਸਰਨਾ ਨਹੀਂ ਗਾ, ਸਾਨੂੰ ਵੀ ਗੁਰੂ ਨਾਲ ਬਣਨਾ ਜ਼ਰੂਰੀ ਹੈ ਨਾ। ਇਸੇ ਤਰ੍ਹਾਂ ਉਦੋਂ ਵੀ ਇਹ ਗੱਲ ਸੀ ਵੀ ਗੁਰਮੰਤਰ ਲਏ ਬਿਨਾ ਨਹੀਂ ਸਰਨਾ, ਤੇ ਮੰਤਰ ਲੈਣਾ ਵੀ ਰਾਮਾਨੰਦ ਤੋਂ ਹੈ, ਕਿਉਂਕਿ ਮਿਲਣਾ ਹੀ ਉੱਥੋਂ ਹੈ। ਜਿਵੇਂ ਗੁਰਸਿੱਖੀ ਮੁਤਾਬਕ 5 ਪਿਆਰਾਂ ਤੋਂ ਹੀ ਮਿਲਣਾ, ਹੋਰ ਕਿਤੋਂ ਨਹੀਂ ਮਿਲਣਾ। ਰਾਮਾਨੰਦ ਨੂੰ ਕਿਵੇਂ ਮਿਲਾ? ਉਹਦੇ ਆਸੇ ਪਾਸੇ ਬਹੁਤ ਬ੍ਰਾਹਮਣ ਰਹਿੰਦੇ ਆ, ਤੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਭਜਾ ਦੇਣਗੇ। ਤੇ ਕਬੀਰ ਸਾਹਿਬ ਨੂੰ ਪਰਮੇਸ਼ਰ ਨੇ ਜੁਗਤ ਬਖਸ਼ੀ, ਬਈ ਤੜਕੇ ਤੜਕੇ ਅੰਮ੍ਰਿਤ ਵੇਲੇ ਇਕੱਲਾ ਹੁੰਦਾ ਹੈ, ਉਦੋਂ ਮਿਲੇ ਨੂੰ। ਤੇ ਅੱਧੀ ਰਾਤ ਨੂੰ ਅੰਮ੍ਰਿਤ ਵੇਲੇ, ਜਿਸ ਵੇਲੇ ਰਾਮਾਨੰਦ ਗੁਸਾਈ ਗੁਰੂ ਪਿਆਰਿਓ ਜਾਂਦਾ ਹੈ ਇਸ਼ਨਾਨ ਕਰਨ ਵਾਸਤੇ ਨਦੀ 'ਤੇ, ਤੇ ਕਬੀਰ ਸਾਹਿਬ ਜੀ ਉਸ ਵੇਲੇ ਉੱਠੇ ਤੇ ਜਾ ਕਰਕੇ ਜਿਸ ਡੰਡੀ ਤੋਂ, ਜਿਸ ਪਗਡੰਡੀ ਤੋਂ, ਜਿਸ ਰਸਤੇ ਤੋਂ ਟੱਪ ਕੇ ਜਾਂਦਾ, ਉਸ ਰਸਤੇ 'ਤੇ ਲੰਬੇ ਪੈ ਗਏ, ਟੇਢੇ ਪੈ ਗਏ।
ਤੇ ਹਨੇਰੇ ਦੇ ਵਿੱਚ ਰਾਮਾਨੰਦ ਆਪਣੇ ਰੂਟੀਨ ਮੁਤਾਬਕ ਜਾ ਰਿਹਾ ਹੈ ਤੇ ਜਾਂਦੇ ਜਾਂਦੇ ਪੈਰ ਨੂੰ ਠੇਡਾ ਲੱਗਿਆ, ਫੀਲ ਹੋਇਆ ਥੱਲੇ ਕੋਈ ਬੰਦਾ ਪਿਆ। ਝੁਕਿਆ, ਉਸ ਮਨੁੱਖ ਦੀ ਬਾਂਹ ਫੜੀ, ਕਹਿੰਦਾ ਉੱਠ ਓਏ ਰਾਮ ਕੇ, ਰਾਮ ਕਹੋ ਰਾਮ ਕਹਿਣ ਦਾ ਸਮਾਂ ਹੈ। ਅੰਮ੍ਰਿਤ ਵੇਲਾ ਸੀ ਨਾ। ਬ੍ਰਹਮ ਗਿਆਨੀ ਰੱਬ ਦੇ ਪਿਆਰੇ ਇਹੀ ਕਹਿੰਦੇ, ਉੱਠੋ ਭਾਈ ਨਾਮ ਜਪੋ। ਆ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਗ੍ਰੰਥੀ ਸਿੰਘ ਜਦੋਂ ਦਰਬਾਰ ਸਾਹਿਬ ਖੋਲ੍ਹਦਾ, ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਕੇ ਫਿਰ ਲੋਕਾਂ ਨੂੰ ਕਹਿੰਦਾ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਰਿਹਾ, ਇੰਨੇ ਵੱਜ ਗਏ, ਇਸ਼ਨਾਨ ਕਰੋ, ਨਾਮ ਜਪੋ, ਵੰਡ ਛਕੋ, ਗੁਰੂ ਘਰ ਹਾਜ਼ਰੀਆਂ ਲਵਾਓ। ਮੁਸਲਮਾਨ ਵੀਰ ਵੀ ਤੜਕੇ ਜਿਹੜੀ ਬਾਂਗ ਦਿੰਦਾ ਉਹਦਾ ਮਕਸਦ ਮੁਸਲਮਾਨਾਂ ਨੂੰ ਜਗਾਉਣਾ ਹੀ ਹੁੰਦਾ। ਕੋਈ ਸਤਨਾਮ ਸਿੰਘ ਉੱਠੋ ਮਸੀਤ ਵਿੱਚ ਆਓ। ਹਿੰਦੂ ਮੱਤ ਵਿੱਚ ਸੰਖ ਵੱਜਦਾ, ਟੱਲੀ ਵੱਜਦੀ ਹੈ, ਘੰਟੀ ਵੱਜਦੀ ਹੈ, ਉਹਦਾ ਮਕਸਦ ਵੀ ਉਹੀ ਹੈ। ਤੋ ਰਾਮਾਨੰਦ ਦਾ ਮਕਸਦ ਵੀ ਉਹੀ ਆ, ਰੱਬ ਦੇ ਪਿਆਰਿਆਂ ਨੂੰ, ਮਨੁੱਖਾਂ ਨੂੰ ਪਰਮੇਸ਼ਰ ਨਾਲ ਜੋੜਨਾ। ਔਰ ਉਸਨੇ ਕਿਹਾ ਸਹਿਜੇ ਹੀ ਉੱਠੋ ਓਏ ਰਾਮ ਕੇ, ਕਿਉਂਕਿ ਸਾਰੀ ਦੁਨੀਆ ਪਰਮੇਸ਼ਰ ਦੀ ਆ। ਉੱਠੋ ਰਾਮ ਕੇ, ਰਾਮ ਕਹੋ ਰਾਮ ਕਹਿਣ ਦਾ ਸਮਾਂ। ਤੇ ਕਬੀਰ ਸਾਹਿਬ ਜੀ ਨੇ ਉਹਨਾਂ ਦੇ ਚਰਨਾਂ 'ਤੇ ਸੀਸ ਰੱਖਿਆ, ਨਮਸਕਾਰ ਕੀਤੀ, ਮੱਥਾ ਟੇਕਿਆ, ਉੱਠ ਖੜੇ ਤੇ ਉੱਥੋਂ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਸ਼ਬਦ ਮਿਲ ਗਿਆ। ਇਹ ਕਾਇਆ ਦਾ ਪਤੀ ਸ਼ਬਦ ਹੈ। ਜਿਵੇਂ ਇੱਕ ਬੱਚੀ ਨੂੰ ਪਤੀ ਮਿਲਦਾ ਹੈ ਪਿਤਾ ਮਾਤਾ ਅਤੇ ਵਿਚੋਲੇ ਦੀ ਕਿਰਪਾ ਨਾਲ, ਇਵੇਂ ਹੀ ਜੀਵ ਆਤਮਾ ਨੂੰ ਪਤੀ ਪਰਮੇਸ਼ਰ ਮਿਲਦਾ ਹੈ ਗੁਰੂ ਵਿਚੋਲੇ ਦੀ ਕਿਰਪਾ ਨਾਲ। ਅਤੇ ਜਦੋਂ ਉਹਨਾਂ ਨੇ ਰਾਮ ਰਾਮ ਜਪਣਾ ਸ਼ੁਰੂ ਕੀਤਾ ਅਤੇ ਕੁਝ ਬ੍ਰਾਹਮਣਾਂ ਨੇ ਕਿਹਾ ਵੀ ਤੇਰਾ ਗੁਰੂ ਕੌਣ ਹੈ, ਤੈਨੂੰ ਕਿਹਨੇ ਗੁਰਮਤਿ ਦਿੱਤਾ, ਤੂੰ ਆਪ ਹੀ ਰਾਮ ਰਾਮ ਜਪੀ ਜਾਂਦਾ। ਕਬੀਰ ਸਾਹਿਬ ਕਹਿੰਦੇ ਮੈਂ ਗੁਰੂ ਤੋਂ ਲਿਆ, ਮੈਂ ਐਵੇਂ ਨਹੀਂ ਜਪਦਾ। ਬੜੇ ਚੜ੍ਹਦੀ ਕਲਾ ਦੇ ਮਹਾਂਪੁਰਸ਼ ਹੋਏ ਆ ਭਗਤ ਕਬੀਰ ਸਾਹਿਬ ਜੀ। ਭਗਤਾਂ ਵਿੱਚੋਂ ਵੱਡਾ ਭਗਤ ਕਬੀਰ ਹੈ, ਭਾਈ ਗੁਰਦਾਸ ਜੀ ਦੇ ਵੱਡਾ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ, ਵੱਡਾ ਭਗਤ ਕਬੀਰ ਹੈ। ਕਬੀਰ ਸਾਹਿਬ ਕਹਿੰਦੇ ਮੈਂ ਗੁਰੂ ਧਾਰਨ ਕੀਤਾ। ਕਹਿੰਦੇ ਤੂੰ ਕਿਹੜੇ ਵੇਲੇ ਗੁਰੂ ਧਾਰਨ ਕਰ ਲਿਆ, ਕੌਣ ਹੈ ਤੇਰਾ ਗੁਰੂ? ਕਹਿੰਦਾ ਮੇਰਾ ਗੁਰੂ ਰਾਮਾਨੰਦ ਹੈ। ਉਹ ਬ੍ਰਾਹਮਣ ਰਾਮਾਨੰਦ ਪੁੱਛਦਾ ਮਹਾਰਾਜ ਤੁਸੀਂ ਸ਼ੂਦਰ ਨੂੰ ਗਿਆਨ ਕਿਉਂ ਦਿੱਤਾ? ਅੱਜ ਵੀ ਗੁਰੂ ਪਿਆਰਿਓ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨਾ, ਉਹ ਨਹੀਂ ਚਾਹੁੰਦੀਆਂ ਕਿ ਆਮ ਜਨਤਾ ਦੇ ਬੱਚੇ ਪੜ੍ਹ ਕੇ ਅਤੇ ਵੱਡੇ ਅਫਸਰ ਬਣ ਜਾਣ। ਕੋਸ਼ਿਸ਼ ਹੁੰਦੀ ਹੈ ਬਸ ਉਹਨੂੰ ਲਾਲਚ ਦੇ ਕੇ ਥੱਲੇ ਹੀ ਰੱਖਿਆ ਜਾਵੇ। ਉਦੋਂ ਵੀ ਇਹਨਾਂ ਦਾ ਬੋਲਬਾਲਾ ਚੱਲਦਾ ਸੀ ਬ੍ਰਾਹਮਣਾਂ ਦਾ, ਔਰ ਇਹਨਾਂ ਨੇ ਇਹ ਜਿਹੜੀ ਗਿਆਨ ਦੀ ਚੀਜ਼ ਸੀ ਵਿੱਦਿਆ ਆਦਿ, ਇਹ ਇਹਨਾਂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਸੀ। ਇਹ ਆਪਣੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਔਰ ਆਮ ਜਨਤਾ ਨੂੰ ਇਹਨਾਂ ਨੇ ਅਨਪੜ੍ਹ ਰੱਖਿਆ। ਭੋਲੀ ਭਾਲੀ ਜਨਤਾ ਨੂੰ ਇਸ ਗੱਲ ਦੇ ਨੇੜੇ ਨਹੀਂ ਆਉਣ ਦਿੱਤਾ। ਅਤੇ ਕਬੀਰ ਸਾਹਿਬ ਨੂੰ ਵੀ ਕਹਿੰਦੇ ਆ ਤੂੰ ਰਾਮ ਸ਼ਬਦ ਕਿੱਥੋਂ ਲੈ ਲਿਆ? ਕਹਿੰਦਾ ਰਾਮਾਨੰਦ ਤੋਂ। ਅਤੇ ਰਾਮਾਨੰਦ ਨੂੰ ਪੁੱਛਦਾ ਤੁਸੀਂ ਕਿਉਂ ਦਿੱਤਾ? ਕਹਿੰਦੇ ਮੈਂ ਕਦੋਂ ਦਿੱਤਾ? ਰਾਮਾਨੰਦ ਨੂੰ ਵੀ ਨਹੀਂ ਪਤਾ ਲੱਗਿਆ ਕੌਣ ਕਦੋਂ ਸਿਮਰਨ ਲੈ ਗਿਆ। ਕਹਿੰਦੇ ਰਾਮਾਨੰਦ ਨੇ ਪੁੱਛਿਆ, ਰਾਮਾਨੰਦ ਕਹਿੰਦਾ ਤੂੰ ਕਦੋਂ ਲਿਆ ਮੈਂ ਇੱਥੋਂ ਸਿਮਰਨ ਬਈ? ਕਹਿੰਦਾ ਮਹਾਰਾਜ ਜਦੋਂ ਅਸੀਂ ਗੰਗਾ ਨੂੰ ਜਾ ਰਹੇ ਸੀਗੇ। ਅੱਛਾ, ਅਤੇ ਰਸਤੇ ਵਿੱਚ ਤੁਹਾਡੇ ਇੱਕ ਬੰਦਾ ਪਿਆ ਸੀ, ਤੁਸੀਂ ਬਾਂਹ ਫੜ ਕੇ ਕਿਹਾ ਸੀ ਉੱਠੋ ਰਾਮ ਕੇ, ਰਾਮ ਕਹੋ ਰਾਮ ਕਹਿਣ ਦਾ ਸਮਾਂ। 3 ਵਾਰੀ ਕਿਹਾ ਸੀ। 5 ਪਿਆਰੇ 5 ਵਾਰੀ ਗੁਰਮੰਤਰ ਜਪਾਉਂਦੇ ਆ। ਕਹਿੰਦੇ ਤੁਸੀਂ 3 ਵਾਰੀ ਕਿਹਾ ਸੀਗਾ ਰਾਮ ਕਹੋ ਰਾਮ ਕੇ, ਰਾਮ ਕਹਿਣ ਦਾ ਸਮਾਂ, ਅਤੇ ਮੈਂ ਰਾਮ ਰਾਮ ਜਪਣ ਲੱਗ ਪਿਆ। ਰਾਮਾਨੰਦ ਕਹਿੰਦਾ ਗੱਲ ਸਹੀ ਹੈ ਭਾਈ, ਇਹਨੂੰ ਮੰਤਰ ਮਿਲ ਚੁੱਕਿਆ, ਵਾਕਿਆ ਹੀ ਇਹਨੂੰ ਮੈਂ ਮੰਤਰ ਦਿੱਤਾ, ਇਹ ਮੇਰਾ ਚੇਲਾ ਹੈ। ਤੋ ਇਸ ਤਰ੍ਹਾਂ ਵਾਕਿਆ ਹੀ ਲੋੜ ਹੈ ਸਾਨੂੰ ਗੁਰੂ ਦੇ ਲੜ ਲੱਗਣ ਦੀ। ਗੱਲ ਕਰ ਰਹੇ ਸੀ ਹਰ ਭਗਵੰਤਾ ਜਿਸ ਦਾ ਮਾਲਕ ਹਰੀ ਹੈ, ਹਰੀ ਦਾ ਨਾਮ ਜੋ ਜਪਦਾ ਹੈ ਤਾਂ ਜਨ ਖਰਾ ਸੁਖਾਲਾ, ਉਹ ਜੀਵ ਸੁਖੀ ਵਸਦੇ ਹਨ। ਜੀ ਪ੍ਰਾਨ ਮਾਨ ਸੁਖ ਦਾਤਾ, ਕਿਉਂਕਿ ਪਰਮੇਸ਼ਰ ਹੀ ਇਹ ਜੀਵ ਆਤਮਾ ਦਾ ਪ੍ਰਾਣ ਹੈ। ਪਰਮੇਸ਼ਰ ਹੀ ਇਹ ਜੀਵ ਆਤਮਾ ਦਾ ਮਾਣ ਹੈ, ਵਡਿਆਈ ਦੇਣ ਵਾਲਾ। ਪਰਮੇਸ਼ਰ ਹੀ ਇਸ ਜੀਵ ਆਤਮਾ ਨੂੰ ਸੁਖ ਦੇਣ ਵਾਲਾ ਦਾਤਾ ਹੈ। ਅਤੇ ਫਿਰ ਜੋ ਪਰਮੇਸ਼ਰ ਕਰਦਾ ਉਹ ਇਹ ਆਤਮਾ ਸਤ ਕਰਕੇ ਮੰਨੇ। ਤੇਰਾ ਭਾਣਾ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਨੇ। ਪਰਮੇਸ਼ਰ ਜੋ ਕਰੇ ਉਹ ਸਾਨੂੰ ਚੰਗਾ ਲੱਗੇ।
ਉਹ ਸਾਡੇ ਭਲੇ ਦਾ ਹੁੰਦਾ ਹੈ। ਕਈ ਵਾਰੀ ਸਾਨੂੰ ਲੱਗਦਾ ਵੀ ਯਾਰ ਮੇਰਾ ਕੰਮ ਨਹੀਂ ਬਣ ਰਿਹਾ, ਕਾਰਨ ਕੀ ਹੈ, ਪਰ ਬਣ ਰਿਹਾ ਜਾਂ ਨਹੀਂ ਬਣ ਰਿਹਾ ਇਹ ਪਰਮੇਸ਼ਰ ਨੂੰ ਪਤਾ ਹੈ। ਕਿਉਂ ਨਹੀਂ ਬਣ ਰਿਹਾ ਇਹ ਵੀ ਉਹਨੂੰ ਪਤਾ ਹੈ। ਸਾਨੂੰ ਸ਼ਾਇਦ ਨਹੀਂ ਪਤਾ, ਪਰ ਉਹਨੂੰ ਪਤਾ ਜੋ ਕਰ ਰਿਹਾ ਸਾਡੇ ਭਲੇ ਤੇ ਕਰ ਰਿਹਾ। ਇੱਕ ਬੱਚਾ ਸਾਡਾ ਸਾਈਕਲ ਚਲਾਉਣ ਨਹੀਂ ਜਾਣਦਾ, ਮੰਗਦਾ ਮੋਟਰਸਾਈਕਲ, ਤੁਸੀਂ ਕਿਵੇਂ ਫੜਾ ਦਿਓਗੇ? ਤੁਹਾਨੂੰ ਤਾਂ ਪਤਾ ਨਾ ਕਿ ਡਿੱਗ ਪਵੇਗਾ, ਸੱਟ ਖਾਵੇਗਾ। ਸ਼ਾਇਦ ਪਰਮੇਸ਼ਰ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਇਸ ਨੂੰ ਕਿਹੜੇ ਵੇਲੇ ਕਿਹੜੀ ਵਸਤੂ ਚਾਹੀਦੀ ਆ। ਉਹ ਸਮੇਂ ਸਮੇਂ 'ਤੇ ਦਿੰਦਾ, ਜਿੰਨਾ ਚਿਰ ਨਹੀਂ ਦੇਣੀ ਨਹੀਂ ਦਿੰਦਾ, ਜੋ ਦੇਣੀ ਆ ਉਦੋਂ ਦਿੰਦਾ। ਤਾਂ ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੋ ਤੂੰ ਕਰਦਾ ਠੀਕ ਕਰਦਾ। ਤੱਤੀ ਤਵੀ 'ਤੇ ਬੈਠ ਕੇ ਵੀ ਲਾਂਭਾ ਨਹੀਂ ਦਿੱਤਾ। 10ਵੇਂ ਜਾਮੇ ਵਿੱਚ 4 ਪੁੱਤਰ ਸ਼ਹੀਦ ਹੋ ਗਏ, ਪਰਿਵਾਰ ਸਾਰਾ ਵਿਛੜ ਗਿਆ, ਆਨੰਦਪੁਰ ਛੁੱਟ ਗਿਆ, ਪਰ ਫਿਰ ਵੀ ਮਾਛੀਵਾੜੇ ਦੇ ਖੂਹ ਦੇ ਉੱਤੇ ਬੈਠੇ ਕਹਿੰਦੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮੇਰੇ ਸਿੱਖਾਂ ਦਾ, ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ। ਤੂੰ ਨਾ ਵਿਸਰੀ ਭਾਵੇਂ ਸਭ ਕੁਝ ਛੁੱਟ ਗਿਆ ਹੱਥੋਂ, ਪਰ ਤੂੰ ਮੇਰੇ ਨਾਲ ਰਹੀ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ। ਸੂਲ ਸੁਰਾਹੀ ਖੰਜਰ ਪਿਆਲਾ ਮਤਲਬ ਐਸ਼ੋ ਇਸ਼ਰਤ। ਸੁਰਾਹੀਆਂ ਵਿੱਚ ਪਹਿਲਾਂ ਸ਼ਰਾਬ ਪਾ ਕੇ ਪੀਂਦੇ, ਫਿਰ ਉਹ ਤੋਂ ਬੋਤਲ ਬਣ ਗਈ, ਫਿਰ ਪੈਕਟ ਬਣ ਗਏ। ਸਮੇਂ ਸਮੇਂ ਨਾਲ ਪਹਿਲਾਂ ਸੁਰਾਹੀਆਂ ਹੁੰਦੀਆਂ ਸਨ, ਦੇਸੀ ਸ਼ਰਾਬਾਂ ਕੱਢ ਕੇ ਉਹ ਸੁਰਾਹੀਆਂ ਵਿੱਚ ਪਾ ਕੇ ਪੀਂਦੇ ਸਨ, ਜੱਗ ਲੰਬੇ ਜੀ ਧੋਣ ਵਾਲੇ। ਤਾਂ ਪਾਤਸ਼ਾਹ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਐਸ਼ੋ ਇਸ਼ ਦਾ ਸਮਾਨ ਹੈ ਨਾ, ਇਹ ਦੁੱਖਾਂ ਦਾ ਸਰਮਾਨ ਹੈ। ਸੋਲ ਸੁਰਾਹੀ ਖੰਜਰ ਪਿਆਲਾ, ਜਿਨ੍ਹਾਂ ਪਿਆਲਿਆਂ 'ਚ ਪਾ ਕੇ ਪੀਂਦੇ ਨੇ ਉਹ ਖੰਜਰ ਹਨ, ਸੁਰਾਹੀਆਂ ਸੂਲਾਂ ਹਨ। ਬਿੰਗ ਕਸਾਈਆਂ ਦਾ ਸਹਿਣਾ, ਮਾਸ ਖਾਣੇ ਵਿਸ਼ੇ ਬਕਾਰ ਭੋਗਣੇ। ਇਹ ਉਸੇ ਤਰ੍ਹਾਂ ਜਿਵੇਂ ਕੋਈ ਕਸਾਈ ਬੱਕਰੇ ਨੂੰ ਕੋਹ ਕੇ ਮਾਰਦਾ। ਬਿੰਗ ਕਸਾਈਆਂ ਦਾ ਸਹਿਣਾ, ਯਾਰਡੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕੋਈ ਗੱਲ ਨਹੀਂ, ਜੇ ਆਨੰਦਪੁਰ ਖੇੜਾ ਛੁੱਟ ਗਿਆ ਮੈਥੋਂ, ਅੱਜ ਮੈਂ ਸੱਥਰ 'ਤੇ ਭਾਵ ਥੱਲੇ ਪਿਆ ਹਾਂ ਮਾਛੀਵਾੜੇ ਦੇ ਖੂਹ 'ਤੇ, ਕੋਈ ਗੱਲ ਨਹੀਂ, ਇਹ ਵੀ ਤੇਰੇ ਭਾਣੇ 'ਚ ਹੀ ਹੈ। ਤੇਰੇ ਭਾਣੇ ਦੇ ਅੰਦਰ ਯਾਰਾ, ਇੱਥੇ ਯਾਰ ਕਿਹਾ ਪਰਮੇਸ਼ਰ ਨੂੰ, ਮਿੱਤਰ ਕਿਹਾ। ਯਾਰਡੇ ਦਾ ਸਾਨੂੰ ਸੱਥਰ ਚੰਗਾ, ਤੂੰ ਥੱਲੇ ਪਾਤਾ, ਕੋਈ ਗੱਲ ਨਹੀਂ, ਕਦੇ ਗੱਦਿਆਂ 'ਤੇ ਵੀ ਤੂੰ ਹੀ ਪਾਇਆ ਸੀਗਾ। ਨਾਮਦੇਵ ਜੀ ਨੇ ਵਿਸ਼ੇ 'ਤੇ ਬੜਾ ਸੋਹਣਾ ਕਿਹਾ, ਕਬਹੂ ਕੂਰਨ ਚਨੇ ਬਣਾਵੇ, ਕਦੇ ਲੱਪ ਛੋਲਿਆਂ ਦੀ ਖਵਾ ਕੇ ਟਾਈਮ ਟਪਾਉਂਦਾ। ਕਦੇ ਤਰ੍ਹਾਂ ਤਰ੍ਹਾਂ ਦੀਆਂ ਜੁੱਤੀਆਂ ਹੁੰਦੀਆਂ ਪੈਰਾਂ 'ਚ ਪਾਉਣ ਵਾਸਤੇ, ਕਬਹੂ ਪਾਏ ਪਣੀਹੂ ਨਾ ਪਾਵੇ, ਕਦੇ ਨੰਗੇ ਪੈਰੀ। ਅੱਜ ਗੁਰੂ ਗੋਬਿੰਦ ਸਿੰਘ ਵੀ ਨੰਗੇ ਪੈਰੀ ਆ, ਪੈਰਾਂ ਵਿੱਚ ਛਾਲੇ ਆ, ਤੁਰਿਆ ਨਹੀਂ ਜਾਂਦਾ। ਇਸੇ ਕਰਕੇ ਮੰਜੇ 'ਤੇ ਬਿਠਾ ਕੇ ਲਿਜਾਣਾ ਪਿਆ ਗਨੀ ਖਾਂ ਨਬੀ ਖਾਂ ਵਰਗਿਆਂ ਨੂੰ। 2 ਚੀਜ਼ਾਂ ਸੀਗੀਆਂ, 2 ਕਾਰਨ ਸੀ ਉਹਦੇ 'ਚ। ਇੱਕ ਤਾਂ ਮੁਗਲਾਂ ਦੀ ਚੌਂਕੀ 'ਚੋਂ ਟੱਪਣਾ ਸੀਗਾ, ਤੇ ਦੂਜਾ ਪੈਰ ਥੱਲੇ ਨਹੀਂ ਸੀ ਲੱਗਦੇ। ਕਬਹੂ ਕੂਰਨ ਚਨੇ ਬਣਾਵੇ, ਕਬਹੂ ਪਾਏ ਪਣੀਓ ਨਾ ਪਾਵੇ, ਕਹੂ ਸਪੇਦੀ ਸੇਜ ਸਵਾਵੇ। ਕਦੇ ਚਿੱਟੀਆਂ ਚਾਦਰਾਂ ਵਾਲੇ ਪਲੰਘਾਂ 'ਤੇ ਸਮਾਉਂਦਾ, ਕਦੇ ਅੱਜ ਥੱਲੇ ਪਾਇਆ। ਕੋਈ ਗੱਲ ਨਹੀਂ, ਤੇਰੇ ਭਾਣੇ 'ਚ ਹੀ ਆ। ਯਾਰਡੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਜੇ ਤੂੰ ਭੁੱਲ ਜਾਵੇਂ, ਤੂੰ ਵਿਸਰ ਜਾਵੇਂ, ਤਾਂ ਫਿਰ ਗੱਦੇ ਵੀ ਸੂਲਾਂ ਸਮਾਨ ਹੈ। ਕਹੋ ਸਤਨਾਮ, ਇਹ ਯਾਦ ਹੈ, ਤੇ ਸੱਥਰ ਦੇ ਵਿੱਚ ਵੀ ਆਨੰਦ ਹੈ, ਭੁੰਜੇ ਵੀ ਆਨੰਦ ਹੈ। ਆਖਾਂ ਜੀਵਾ ਵਿਸਰੇ ਮਰ ਜਾਓ। 5ਵੇਂ ਪਾਤਸ਼ਾਹ ਕਹਿੰਦੇ, ਜੀ ਪ੍ਰਾਨ ਮਾਨ ਸੁਖ ਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ। ਜੋ ਤੂੰ ਕਰਦਾ ਉਹ ਠੀਕ ਆ, ਗਲਤ ਨਹੀਂ ਕਰਦਾ, ਤੂੰ ਸਿਆਣਾ ਮੈਥੋਂ। ਹੋ ਵਾਰੀ ਜੀਓ ਵਾਰੀ, ਮੈਂ ਬਲਿਹਾਰੇ ਜਾਵਾਂ। ਜੀਓ ਮਨ ਕਰਕੇ ਬਲਿਹਾਰੇ ਜਾਵਾਂ, ਤਨ ਕਰਕੇ ਬਲਿਹਾਰੇ ਜਾਵਾਂ। ਗੁਰਮੁਖ ਮਨ ਤਨ ਭਾਵਣਿਆ। ਤੂੰ ਮੇਰੇ ਮਨ ਨੂੰ ਵੀ ਚੰਗਾ ਲੱਗਦਾ, ਤਨ ਨੂੰ ਵੀ ਚੰਗਾ ਲੱਗਦਾ। ਤੂੰ ਜੋ ਕਰਦਾ ਠੀਕ ਕਰਦਾ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੂੰ ਮੇਰਾ ਪਹਾੜ ਵਰਗਾ ਆਸਰਾ ਹੈ। ਹਨੇਰੀ ਵਗਦੀ ਹੋਵੇ ਤੇ ਕੰਧ ਦਾ ਓਲਾ, ਪਹਾੜ ਦਾ ਓਲਾ ਹੋ ਜਾਵੇ, ਤੇ ਬਚ ਜਾਂਦਾ ਬੰਦਾ ਹਨੇਰੀ ਦੇ ਰੇਤੇ ਤੋਂ, ਅੱਖਾਂ ਬਚ ਜਾਂਦੀਆਂ। ਇਸੇ ਤਰ੍ਹਾਂ ਹੀ ਤੂੰ ਮੇਰਾ ਪਹਾੜ ਵਰਗਾ ਓਲਾ ਹੈ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ
ਉਹਨਾਂ ਸਿੱਧਾਂ ਨੂੰ ਜਵਾਬ ਦੇ ਕੇ ਉਹਨਾਂ ਦੇ ਪ੍ਰਸ਼ਨਾਂ ਦਾ ਫਿਰ ਪਰਮੇਸ਼ਰ ਦੀ ਸਿਫਤ ਕਰਦੇ ਆ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ। ਜੇ ਤੂੰ ਮੇਰੇ ਨਾਲ ਹੈ ਤੇ ਕੋਈ ਮੇਰਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ। ਤੂੰ ਮੇਰਾ ਪਹਾੜ ਵਰਗਾ ਆਸਰਾ ਹੈ, ਤੂੰ ਮੇਰਾ ਪਰਦਾ ਹੈ, ਸਰੀਰ ਦਾ ਪਰਦਾ ਰੱਖਣ ਵਾਲਾ ਤੂੰ ਹੈ, ਆਤਮਾ ਦਾ ਆਸਰਾ ਤੂੰ ਹੈ। ਤੁਮ ਸੰਗ, ਤੂੰ ਮੇਰੇ ਨਾਲ ਹੈ, ਮੈਂ ਤੇਰੇ ਨਾਲ ਹਾਂ, ਤੇ ਕੋਈ ਮੇਰਾ ਬਾਲ ਵਿੰਗਾ ਨਹੀਂ ਕਰ ਸਕਦਾ। ਲਵੈ ਨਾ ਕੋਈ ਲਾਵਣਿਆ, ਕੋਈ ਮੇਰੇ ਲਵੇ ਨਹੀਂ ਲੱਗ ਸਕਦਾ। ਬੜਾ ਸੁੰਦਰ ਬਚਨ। ਇੱਕ ਤੋਤਾ ਪਿੰਜਰੇ ਵਿੱਚ ਰਹਿੰਦਾ ਨਾ, ਭਾਵੇਂ ਉਹ ਗੁਲਾਮ ਤਾਂ ਹੋ ਗਿਆ, ਪਰ ਉਹਨੂੰ ਬਿੱਲੀ ਦਾ ਖਤਰਾ ਖਤਮ ਹੋ ਗਿਆ, ਹੁਣ ਮੌਤ ਦਾ ਖਤਰਾ ਖਤਮ ਹੋ ਗਿਆ। ਤਾਂ ਇੱਕ ਥਾਂ 'ਤੇ ਸਿੱਖ ਨੇ ਇਹ ਵੀ ਕਿਹਾ, ਪਾਤਸ਼ਾਹ ਨੇ ਪਰਮੇਸ਼ਰ ਨੂੰ, ਤੂੰ ਪਿੰਜਰ ਹਾਂ ਸੂਅਟਾ ਤੋਰ, ਤੂੰ ਮੇਰਾ ਪਿੰਜਰਾ, ਮੈਂ ਤੇਰਾ ਤੋਤਾ। ਤੋਤੇ ਨੂੰ ਖਤਰਾ ਖਤਮ ਹੋ ਗਿਆ ਨਾ ਪਿੰਜਰੇ ਵਿੱਚ ਆ ਕੇ, ਭਾਵੇਂ ਉਹ ਗੁਲਾਮ ਤਾਂ ਹੋ ਗਿਆ ਮਾਲਕ ਦਾ, ਮਾਲਕ ਚੂਰੀ ਵੀ ਖਵਾਉਂਦਾ ਹੈ, ਪਰ ਹੁਣ ਉਸ ਨੂੰ ਕੁੱਤੇ ਬਿੱਲੇ ਦਾ, ਬਿੱਲੀ ਦਾ ਖਤਰਾ ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਆਤਮਾ ਨੂੰ ਬਾਰ-ਬਾਰ ਜੰਮਣ ਮਰਨ ਦਾ, ਜਮਦੂਤਾਂ ਦਾ ਖਤਰਾ ਖਤਮ ਹੋ ਗਿਆ ਜਦੋਂ ਤੂੰ ਮੇਰਾ ਪਿੰਜਰਾ ਬਣ ਗਿਆ, ਮੈਂ ਤੇਰਾ ਤੋਤਾ ਬਣ ਗਿਆ। ਤੂੰ ਪਿੰਜਰ ਹਾਂ ਸੂਅਟਾ ਤੋਰ, ਜਮ ਮੰਜਾਰ, ਜਮ ਮੰਜਾਰ, ਮੰਜਾਰ ਕਹਿੰਦੇ ਬਿੱਲੇ ਨੂੰ, ਜਮ ਕਹਿੰਦੇ ਜਮਾਂ ਨੂੰ। ਜਮ ਰੂਪੀ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ। ਜਮ ਮੰਜਾਰ ਕਹਾਂ ਕਰੇ ਮੋਰ, ਤੂੰ ਪਿੰਜਰ ਹਾਂ ਸੂਅਟਾ ਤੋਰ, ਤੂੰ ਮੇਰਾ ਪਿੰਜਰਾ, ਭਾਵ ਤੂੰ ਮੇਰਾ ਰਖਵਾਲਾ ਤੇ ਮੈਂ ਤੇਰਾ ਜੀਵ ਹਾਂ। ਪ੍ਰੀਤਮ ਜੀ ਕਹਿੰਦੇ, ਜੀ ਪ੍ਰਾਣ ਮਾਨ ਸੁਖ ਦਾਤਾ, ਇਹ ਮੇਰੀ ਜੀਵ ਆਤਮਾ ਦੇ ਪ੍ਰਾਣ ਤੂੰ ਹੈ, ਤੂੰ ਮੇਰੀ ਜਾਨ ਹੈ। ਕਿਸੇ ਨੂੰ ਪਿਆਰ ਵਿੱਚ ਕਹਿੰਦੇ ਹਾਂ ਅਸੀਂ, ਤੂੰ ਤਾਂ ਮੇਰੀ ਜਾਨ ਹੈ। ਬੱਚਿਆਂ ਨੂੰ ਕਹਿੰਦੇ ਆ ਮਾਤਾ ਦੀਆਂ ਅੱਖਾਂ ਦਾ, ਮਾਂ ਪਿਓ ਦੀ ਅੱਖਾਂ ਦਾ ਤਾਰਾ ਹੈ। ਭਾਵ ਬੱਚਿਆਂ ਦੇ ਕਰਕੇ ਹੀ ਮਾਂ ਪਿਓ ਨੂੰ ਸਭ ਕੁਝ ਵਧੀਆ ਲੱਗਦਾ ਹੈ, ਅਤੇ ਜੇ ਬੱਚੇ ਵਿਛੜ ਜਾਣ ਤਾਂ ਮਾਂ ਪਿਓ ਨੂੰ ਕੁਛ ਵੀ ਨਹੀਂ ਚੰਗਾ ਲੱਗਦਾ, ਕੁਛ ਵੀ ਨਹੀਂ ਦਿਸਦਾ, ਜੋ ਦਿਸਦਾ ਚੰਗਾ ਨਹੀਂ ਲੱਗਦਾ। ਅੱਖਾਂ ਦਾ ਤਾਰਾ ਉਹਨਾਂ ਦਾ ਗਵਾਚ ਗਿਆ। ਕਹੋ ਸਤਿਨਾਮ। ਇਸ ਕਰਕੇ ਇੱਥੇ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਨੂੰ ਆਪਣੇ ਜੀ ਦਾ ਪਿਆਰਾ ਕਹਿ ਰਹੇ ਆ। ਜਿਸ ਵੇਲੇ ਦੋਨੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਤੇ ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ, ਤੂੰ 4 ਪੁੱਤਰ ਬਖਸ਼ੇ ਸੀ, ਇਹ ਤੇਰੀ ਜਿਹੜੀ ਮੈਨੂੰ ਦਿੱਤੀ ਹੋਈ ਦਾਤ ਸੀ, ਹੁਣ ਇਹਨੂੰ ਪ੍ਰਵਾਨ ਕਰਿਓ, ਆਪਣੇ ਕੋਲ ਸੰਭਾਲਿਓ। ਉਸ ਤੋਂ ਬਾਅਦ ਦੂਜੇ 2 ਸਾਹਿਬਜ਼ਾਦਿਆਂ ਦਾ ਪਤਾ ਰਾਏਕੋਟ ਜਾ ਕੇ ਲੱਗਿਆ, ਤਾਂ ਉੱਥੇ ਵੀ ਉਹਦਾ ਸ਼ੁਕਰੀਆ ਕਰਦੇ ਹਨ, ਪਰ ਥੱਲੇ ਦੁਸ਼ਟਾਂ ਨੂੰ, ਜ਼ੁਲਮ ਨੂੰ, ਜ਼ਾਲਮ ਨੂੰ ਇਹ ਬਚਨ ਕਰਦੇ ਆ, ਘਾਹੀ ਦਾ ਪੌਦਾ ਪੱਟ ਕੇ ਕਹਿੰਦੇ ਜ਼ੁਲਮ ਦੀ ਜੜ ਗਈ, ਮੁਗਲਾਂ ਦੀ ਜੜ ਗਈ, ਕਿਉਂਕਿ ਮੁਗਲ ਹੀ ਜ਼ੁਲਮ ਕਰਦੇ ਸੀ, ਕਹਿੰਦੇ ਮੁਗਲਾਂ ਦੀ ਜੜ ਗਈ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਤੂੰ ਮੇਰੇ ਆਤਮੇ ਦਾ ਪ੍ਰਾਣ ਹੈ, ਤੂੰ ਮੇਰੀ ਜਾਨ ਹੈ। ਉਹੀ ਤਾਂ ਵਿੱਚੋਂ ਨਿਕਲਦਾ ਨਾ ਸਰੀਰ 'ਚੋਂ, ਜਦੋਂ ਨਿਕਲਦੀ ਹੈ ਜਾਨ ਹੀ ਨਿਕਲਦੀ ਹੈ ਨਾ। ਜਦ ਜਾਨ ਨਿਕਲ ਗਈ ਫਿਰ ਬਾਡੀ ਤਾਂ ਮਿੱਟੀ ਆ, ਅਤੇ ਬਾਡੀ ਦੇ ਵਿੱਚ ਉਹ ਹੈ ਜੀਵ ਆਤਮਾ ਉਸ ਦੀ, ਤਾਂ ਇਹ ਚਲਦੀ ਫਿਰਦੀ ਆ। ਜੀ ਪ੍ਰਾਣ ਮਾਨ ਸੁਖ ਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹੋ ਵਾਰੀ ਜੀਓ ਵਾਰੀ, ਗੁਰਮੁਖ ਮਨ ਤਨ ਭਾਵਣਿਆ। ਇੱਥੇ 5ਵੇਂ ਪਾਤਸ਼ਾਹ ਹੁਣ ਸਾਨੂੰ ਕਹਿੰਦੇ ਨੇ, ਕਹਿੰਦੇ ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰੇ ਜਾਣਾ ਜਿਹੜੇ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਆ, ਭਾਈ ਭਿਖਾਰੀ ਵਰਗੇ, ਜਿਨ੍ਹਾਂ ਦਾ ਗੁਰੂ ਅੱਜ ਦੇ ਨਾਲ ਬੜਾ ਪਿਆਰ ਹੈ। ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਅਨੰਨ ਪਿਆਰਾ ਦੋਸਤ ਹੈ, ਭਾਈ ਪਾਰੋ, ਡੱਲਾ ਵਾਸੀ, ਡੱਲੇ ਪਿੰਡ ਦਾ ਨਿਵਾਸੀ ਭਾਈ ਪਾਰੋ। ਇੱਕ ਦਿਨ ਪਾਤਸ਼ਾਹ ਕਹਿੰਦੇ, ਉਹ ਪਾਰੋ, ਹਾਂ ਮਹਾਰਾਜ, ਐਂ ਕਰ ਤੂੰ ਗੱਦੀ ਸਾਂਭ ਲਾ, ਤੈਨੂੰ ਵਿੱਚ ਮਿਲਾਈਏ। ਉਹ ਕਹਿੰਦਾ, ਨਹੀਂ ਮਹਾਰਾਜ, ਇਹ ਤਾਂ ਕੰਮ ਬਹੁਤ ਔਖਾ, ਇਹ ਗੱਦੀ ਨਹੀਂ ਮੈਥੋਂ ਸਾਂਭੀ ਜਾਣੀ, ਇਹ ਤਾਂ ਤੁਸੀਂ ਸਾਂਭ ਸਕਦੇ ਹੋ। ਪਾਤਸ਼ਾਹ ਕਹਿੰਦੇ, ਮੈਂ ਬਚਨ ਕੀਤਾ, ਹੁਣ ਮੇਰਾ ਬਚਨ ਵਾਲਾ ਤਾਂ ਜਾਂਦਾ ਨਹੀਂ, ਮੈਂ ਤੈਨੂੰ ਵਿੱਚ ਮਿਲਾਉਣਾ ਸੀ, ਜਾ ਫਿਰ ਘਰੇ ਜਾ ਕੇ ਸਰੀਰ ਛੱਡ ਕੇ ਮਿਲ ਜਾ। ਕਹੋ ਸਤਿਨਾਮ ਸ੍ਰੀ। ਕਹਿੰਦਾ ਜੀ ਇਹ ਠੀਕ ਆ, ਇਹ ਬਚਨ ਮੰਨਿਆ ਜਾ ਸਕਦਾ ਕਿ ਮੈਂ ਸਰੀਰ ਤਿਆਗ ਸਕਦਾ, ਪਰ ਮੈਂ ਤੁਹਾਡੇ ਥਾਂ ਦੇ ਉੱਤੇ ਇਹ ਗੱਦੀ ਨਹੀਂ ਸਾਂਭ ਸਕਦਾ। ਅਤੇ ਭਾਈ ਪਾਰੋ ਘਰ ਗਿਆ,
घरे जाके उन्हें सारा घर का समान जिहड़ा सी जिन्हों देना सी देता, ते 3 चीज़ां उसने रख लियां, एक घोड़ी, एक रेशमी कपड़े का थान, ते एक मोहरां दी जां चांदी दे रुपइयां दी थैली, माया, एक माया की थैली। ये 3 चीज़ां रख लियां ते अपने मित्रां नूं फड़ा के भाई पारो कहन लगे, भाई आ 3 चीज़ां गुरु अमरदास कोल पहुँचा दिओ ते दस दिओ कि पारो शरीर छड्ड के आ गया तुहाडे कोल, कहो सतनाम श्री। वो 3 चीज़ां पातशाह ने आके दित्तियां, महाराज पारो शरीर ते आ गया अज, ते ऐदां बचन कीते, कहंदे ठीक आ भाई। वो पहुँच गया साडे कोल, ते घोड़ी उन्होंने सतगुरु रामदास जी नूं देती, कहंदे लै भी रामदास पुत्रा ये घोड़ी ते तू चढ़िया कर। कुछ समा अमरदास जी भी चढ़ते रहे, फिर रामदास नेते और रेशमी कपड़े का थान दे के कहने पुत्रा शाही ठाड़ा रहना, असी तो सादा जीवन बतीत किया। 2 चादर, एक तेड़ बननी, एक दी गलातरी मारनी, 2 जोड़े सी चादरां दे, एक धोता पिया हुंदा, एक पहनिया हुंदा, बहुता समान नहीं इकट्ठा किया उन्होंने। कहते लै पुत्रा तू शाही ठाड़ना रहना है, रेशमी कपड़े पाने आ। ते भाई गुरदास जी ने लिख दिता, जद गद्दी ते बैठे, बैठा सोढ़ी पातशाह रामदास सतगुरु कहावै, दिता लईए अपना अन दिता किछ हथ न आवे। तो राजा बनाता रामदास जी नूं, ते माया की थैली दे कहते लै पुत्रा माया भी सांभ, हुण तेरे घर विच माया भी बहुत आवेगी, घोड़े भी बहुत होणगे। उस दिन तो बाद श्री अमृतसर साहिब दे विच फिर दिनों दिन तरक्कियां होण लगियां, माया भी बहुत आउण लगी, अज तां बेअंती खेडां हन, घोड़े भी आउण लगे। अगे जाके फिर 6वें पातशाह जी दे समय इस भाई पारो दे परिवार नूं पक्के तौर ते किवें जोड़िया। जिहड़ी वड्डी साडे माता जी आ, माता दमोदरी 6वें पातशाह दे वड्डे महल, वो भाई पारो दी वंश दे आ, कहो सतनाम सी, उन्हां दी पुत्र पोतरी आ। अगे तो अगे चल के इहो गुरु अमरदास जी का किया होया बचन फिर 6वें जामे च पूरा होया। डल्ले पिंड दी माता दमोदरी जिहड़ी है वो सतगुरां दे वड्डे महल, ये भाई पारो दी वंश दी बच्ची आ। अगे चलीए, तू मेरा पर्वत तू मेरा ओला, तुम संग लवे ना लावणिया रहाओ, तेरा कीता जिस लागे मीठा, मैं बलिहारी जावां उन्हां तो जिन्हां नूं तेरा भाणा मिठा लगदा। जिवें भाई भिखारी ने खुशी खुशी जिथे बच्चे की शादी की, दूजे दिन बच्चे की मौत हो गई, तो उस ही अवस्था दे विच उस बच्चे का संस्कार भी करते आ। आया होया मेल गेल रोंदा है, पर अमरदास जी कहते भी रोना नहीं, देखो ये संयोग ते वियोग उहदे हुक्म अंदर है, कदे संयोग सी कदे वियोग आ गया, ये दोने दुनिया नूं चलाउंदे आ। तेरा कीता जिस लाग्या मीठा, घट घट पार ब्रह्म तिन जन डीठा, जिन्हां नूं तेरा कीता चंगा लगदा उन्हां नूं हर थां ते परमेश्वर दिखाई दिंदा। उन्हां जनां ने 3 जन डीठा, उन्हां जनां ने उन्हां तेरे प्यारियां ने तैनूं हर थां देखिया। जिवें भगत नामदेव जी नूं 72 वारी दर्शन होए, बस फिर तो परमेश्वर ने एक बारी बचपन में ऐसे दर्शन दिते, मुड़ के तो परमेश्वर जी भगत नाल खेडण ही लग पे। कदे किते दर्शन हो गए, कदे किते हो गए, भावों उन्होंने हर थां ते ये पता लग जाता भी ये जिहड़ी खेड वरती है ना, ये परमेश्वर की खेड है, ये मैनू कोई दुख नहीं दिता गया, कोई सतनाम श्री। जिस तरह वो कहानी आप पढ़िया करते हैं, कहते एक दिन भगत जी यात्रा ते जा रहे हैं, थागे तुरदे तुरदे द्वारकापुरी के इलाके दे विच पहुँचे। कहने यार जे कोई घोड़ी घाड़ी होंदी सौखे बग जाते। तुरंत ही सामने घोड़ी वाला आ गया, थानेदार रूप धारिया, मुगलों का थानेदार, खाकी पग बन्नी, तुरला छड्डिया उत्ते, एक टौरा साइड छड्डिया हुंदा जिहड़ा मुसलमान पाकिस्तान का थानेदार हुंदा। घोड़ी ते चढ़िया होया, आवाज़ मारी, ओ भगता गल सुन भाई, हथ बन के आ गया, कहना जी दसो, साडी घोड़ी सूपी है, बछेरा तक छोटा तुरया नहीं जाता ये तो। भगत जी ने थोड़े 2 मिनट पिछे सोचा भी यार हुणे घोड़ी मंगी सी, ये तुरंत ही घोड़ी वाला कित्थों आ गया, ये होवे ना तो परमेश्वर आप ही आया मेरी परीक्षा लैन।
खेडां करदा है। फिर कह उठे तू है कौन, पहला आए दस। कहते इदा नहीं मैं थानेदार। कहना वो तो मैंने दिस रहा है, पर विचों तू कौन आओ दस। खुशखबरी खुशखबरी खुशखबरी, आला तेरी पगड़ी, मीठे तेरे बोल। वो झड़की जाता, कहना बशेरा चक, तुरिया नहीं जाता है, तू निक्का। वो झड़की जाता, कहना बड़ा मीठा बोलना यार, तू है कौन। खूब तेरी पगड़ी, मीठे तेरे बोल। द्वारका नगरी काहे के मुगोल। द्वारका नगरी कृष्ण दी पुरी आ, इत्थे तो मुगलों का काम ही कोई नहीं, इत्थे मुगल थानेदार कित्थों आ गए। कहो सतनाम श्री। द्वारका नगरी काहे के मुगोल, मैं तैनू सियाण लिया, क्योंकि हुण तां पर्दा ही खुल गया दोनों का, भगत ते परमेश्वर का। कहना मैं तैनू सियाण लिया है, तू कौन है। असपत गजपत नरै नरिंद नामे के स्वामी मीर मुकंद, तू कृष्ण है रूप बदल के आया। कहना वो तू मैनू इत्थे भी सियाण लिया। कहना तू है कित्थे नहीं, जब कही दिता घट घट मैं हरजू बसै, संतन कहो पुकार, फिर केड़ा थां खाली है तैथों बिना। फिर असली रूप च आ गए, कहने लैनी है घोड़ी। कहने नहीं मैनू घोड़ी नहीं चाहिदी, तू तो जब सूपी मैनू चुकाती सी, मैं किनू चुकाऊँगा। कहो सतन, जे मेरे नाल कोई ऐसी घटना घट गई। खैर जिन्होंने तेरा कीता चंगा लगता है, उन्होंने तो हर थां ते दर्शन देन लग जाना। तेरा कीता जिस लागा मीठा, घट घट पार ब्रह्म तिन जन डीठा। थान थनंतर तू है इको एक वरतावणिया, सारे थावां ते तू ही वरत रहा है। कदे कोई रूप धारिया, कदे कोई रूप धारिया। सगल मनोरथ तू देवनहारा। मनोरथ मन दियां इच्छावां, मन दियां लोड़ां, मेरे मन दियां सारियां लोड़ां पूरियां करने वाला तू है। जिथे मैनू संसारी लोड़ां पूरियां करना, उत्थे मैनू तू भगत भी बना लिया है। किड्डी तेरी वड्डी भगती है, किड्डी किरपा तेरी। सगल मनोरथ तू देवनहारा, मेरे सारे मनोरथ पूरे करने वाला तू है। जो भी मेरा मन सोचता वो पूरा हो जाता है, ये तू करदा है। गुरु अर्जन देव जी परमेश्वर दीयां सिफतां करते हुए कह रहे हैं, सगल मनोरथ तू देवनहारा, भगती भरे भगती भाए भरे भंडारा। तेरे भंडारे विच प्रेमा भगती भरी हुई है। जीव दे अंदर प्रेम तू पैदा करदा, भगती तू पैदा करदा। दया तार राखे, तू जिन्हां दे उत्ते दया करके बचा लैना। दया धार राखे तुद, सेई पूरे कर्म समावने आ। जिन्हां ते तेरी दया हो जे, उन्हां दे कर्म ही बदल जाते हैं। वो चंगे कर्म करते करते समावने आ तेरे विच मिल जाते हैं। कहो सतनाम सी। जिन्हां ते तेरी दया हो जे। अंधकूप ते कंडे चाढ़ै, डुबदियां डुबदियां नूं किनारे कन्नी खिच लैना, साइड ते कर लैना, उन्होंने बचा लैने संसार समुद्र में डुबण तो, जिन्हां ते तेरी कृपा दृष्टि हो जे। ते जिन्होंने तू बचा लैना, फिर ओह तेरी सिफत करते हैं। कर कृपा दास नदर निहाले, इसे करके तेरे दासां की निगाह तेरे ते आ। कबीर साहब जी कहते हैं ना ब्राह्मणों नूं, तुम तो जाचे भूपत राजे, सोडा ध्यान तो अमीरां ते राजियां ते भी कोई पैसा दे के जाणगे। ब्राह्मणों नाल गलबात हुई है इत्थे बाणी विच बचन, तुम तो जाचे भूपत राजे, हरस्यो मोर ध्याना। साडा ध्यान हरि ते है, सानू ओही दिंदा सब कुछ। तुहाडा ध्यान राजियां ते है, अमीर लोकां ते है। अंधकूप ते कंडे चाढ़े, डुबदियां होइयां नूं तू बचाउण वाला। इसे करके तां कर कृपा दास नदर निहाले, ये दासां दी तेरे ते निगाह है, तू कृपा दृष्टि पा दे ना। गुण गावे पूर्ण अविनाशी, तू पूर्ण अविनाशी है, तू पूरा है, तू कदे ना मरन वाला है। कह सुन तोट न आवणिया, ते फिर तेरे गुणां नूं गाउंदियां 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 मुकदे ही नहीं गए। तेरे इतने गुण हैं कि मैं किवें गावां, आखां जीवां विसरै मर जाऊं। मैं तैनूं कहंदा हाँ तां जिउंदा हाँ, जे ना कहां तां लगदा मेरी मौत हो जावेगी। तेरा सिमरन ही मेरी जीवन है।
इस करके महाराज तेरे गुण मैं किन्ने गावां। आ शेषनाग कहना जी छुट्टी दिओ मैनू। परमेश्वर कहने छुट्टी दे देंगे तैनू, तू ऐ कर पहला मेरे गुण गा। कहने गुण मैं सोडे गा दिना, किन्ने क तू गा। उन्होंने मान हो गया भी मेरे 1000 मूँह है, 2000 जीभ है, आपां तां मिंटों मिंट मुका देंगे। तो कहते शेषनाग के उपर परमेश्वर की आसन है। तो शेषनाग कहता जी मैंने छुट्टी दे दिओ हुण। कह तू गुण पूरे कर दे फिर तेन छुट्टी। वो गुण गाउन लगे हजे तक नहीं मुक्के। कहो सतनाम श्री। हजे तक छुट्टी नहीं मिली उन्होंने परमेश्वर की सेवा चों, लग्या रहा। इस करके उन्होंने मान हो गया कि मेरे 1000 मूँह तो 2000 जीभें तो मैं तो मुका दूँगा। पर तब सर्वनाम कथा कवन, तेरे सारे नावां नूं कौन गा सकता है। 10वें पातशाह जी कहने जाप साहब की पहली पौड़ी, चक्कर चिन्ह अर वर्ण जाति अर पात नहन जे, रूप रंग अर रेख भेख को कह ना सकत कहे। अचल मूर्ति अनभव प्रकाश अमतोज कहिजै, कोट इंद्र इंद्रान शाहो शाहान गनीजै। त्रै भवन महीप सुर नर असुर, तिन्ना लोकां दे राजे, देवलोक मातलोक पताल लोक, तिन्ना लोकां दे राजे। त्रै भवन महीप सुर नर असुर, देवते दैत मनुख। वन तृण आ सारी बनस्पति, नेत नेत वन तृण कह सारे तैनू नित नवा करके गाउंदे आ। पर हजे मुक्या नहीं काम। कहो सतनाम। नेत नेत वन तृण कहत फिर भी तब सर्वनाम कथा कवन, तेरे सारे नाम नहीं हजे गाए गए। कर्म नाम बन समत मेरे ते कृपा कर, मैं भी तेरे नाम गाउन लग्या। ते धन गुरु गोबिंद सिंह जी ने उसकी सिफत करनी शुरू की। नमो सर्व काले नमो सर्व पाले, नमो सर्व करता नमो सर्व हरता, नमो जोग जोगे नमो भोग भोगे। 200 पूरा नहीं होया, 199 शब्द लिख के समाप्ति करती। कहते भी नहीं ये गुण तो मुकते ही नहीं, ये तो बड़ा विशाल है। कहो सतनाम से। दुकालंग परनासी दयालंग स्वरूपे सदांग संगे अभंग विभूते, 199 शब्द लिखे है पातशाह ने जाप साहब च। ये दसन वास्ते कि वह बड़ा बेअंत है। खैर विचारा आप इत्थे रोकते हैं। तो अखीर गुरु अर्जन देव जी कहते आओ बेनती करिए, अपने दासां ते कृपा दृष्टि पाओ। गुण गावै पूर्ण अबनासी, कह संतोट न आवणिया। तेरे गुणों का कोई अंत नहीं है। 4 पदे संपूर्ण होए, रहिंदे 4 पदे आपां कल नूं सरवण करांगे। हुण विचारां इत्थे रोकण दी आग्या बख्शो। बोलदिआं ने का अखर बाध घाट हो जांदे। सिख संगतां ते सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह।